ਅੱਜ ਅਸੀਂ ਪੰਜਾਬੀ ਦੂਜਾ ਕਦਮ ਵਿੱਚ ਪਾਠ 13 ਪੜ੍ਹਾਂਗੇ। ਤੁਸੀਂ ਆਪਣੀ ਕਿਤਾਬ ਖੋਲ੍ਹੋ, ਮੇਰੇ ਨਾਲ ਤੁਸੀਂ ਆਪ ਵੀ ਪੜ੍ਹੋ। ਧਿਆਨ ਨਾਲ ਸ਼ਬਦਾਂ ਨੂੰ ਵੀ ਧਿਆਨ ਨਾਲ ਪੜ੍ਹੋ ਅਤੇ ਉਹਦਾ ਮੀਨਿੰਗ ਵੀ ਮੈਂ ਨਾਲ ਸਮਝਾਵਾਂਗੀ, ਉਹ ਵੀ ਸਮਝੋ। ਇਹ ਹੈਗਾ ਪੇਜ ਨੰਬਰ 40 ਹੈ, ਮੀਨਸ 40 ਹੈਗਾ। ਗੁਰੂ ਗੋਬਿੰਦ ਸਿੰਘ, ਤੁਹਾਨੂੰ ਨਾਮ ਤੋਂ ਹੀ ਪਤਾ ਹੈ ਵੀ ਇਹ ਸਿੱਖਾਂ ਦੇ ਗੁਰੂ ਸਨ ਔਰ ਬਹੁਤ ਇਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਤਿਆਗ ਅਤੇ ਤਪੱਸਿਆ ਵਾਲੇ ਕੰਮ ਕੀਤੇ ਨੇ। ਇਹਨਾਂ ਨੂੰ ਅਸੀਂ ਸਿਰ ਨਵਾਉਂਦੇ ਨੇ ਬਾਰ-ਬਾਰ। ਪਿਆਰੇ ਬੱਚਿਓ, ਗੁਰੂ ਗੋਬਿੰਦ ਸਿੰਘ ਸਿੱਖਾਂ ਦੇ 10ਵੇਂ ਗੁਰੂ ਹਨ। ਆਪ ਨੂੰ ਦਸ਼ਮ ਪਾਤਸ਼ਾਹ ਦਾ ਦਸਮੰਸ਼ ਪਿਤਾ ਵੀ ਕਿਹਾ ਜਾਂਦਾ ਹੈ। ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ। ਆਪ ਦਾ ਜਨਮ ਸੰਨ 1666 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਪਟਨਾ ਸਾਹਿਬ, ਬਿਹਾਰ ਪ੍ਰਾਂਤ ਵਿੱਚ ਹੋਇਆ ਸੀ। ਮੀਨਸ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਸੀ, ਉਹ ਵੀ ਗੁਰੂ ਸਨ, ਅਤੇ ਇਹਨਾਂ ਦੀ ਮਾਤਾ ਜੀ ਗੁਜਰੀ ਜੀ ਸੀ। ਅਤੇ ਇਹਨਾਂ ਦਾ ਜਨਮ ਬਿਹਾਰ ਪ੍ਰਾਂਤ ਵਿੱਚ ਹੋਇਆ ਅਤੇ ਪਟਨਾ ਸ਼ਹਿਰ ਵਿੱਚ ਹੋਇਆ। ਇਸ ਕਰਕੇ ਲੋਕ ਬੜੀ ਸ਼ਰਧਾ ਨਾਲ ਗਾਉਂਦੇ ਹਨ, ਜਨਮ ਗੁਰਾਂ ਦੇ ਪਟਨੇ ਸ਼ਹਿਰ ਦਾ, ਆਨੰਦਪੁਰ ਡੇਰੇ ਲਾਏ, ਪਿਤਾ ਗੁਰੂ ਦੇ ਤੇਗ ਬਹਾਦਰ, ਮਾਂ ਗੁਜਰੀ ਦੇ ਜਾਏ। ਮਾਂ ਗੁਜਰੀ ਦੇ ਜਾਏ ਮੀਨਸ ਮਾਂ ਗੁਜਰੀ ਦੇ ਪੁੱਤਰ, ਹੈ ਨਾ। ਆਪ ਕੇਵਲ 9 ਸਾਲ ਦੇ ਹੀ ਸਨ ਜਦ ਇੱਕ ਦਿਨ ਆਪ ਨੇ ਆਪਣੇ ਪਿਤਾ ਤੇਗ ਬਹਾਦਰ ਜੀ ਨੂੰ ਬੜੀ ਗੰਭੀਰ ਮੁਦਰਾ ਵਿੱਚ ਦੇਖਿਆ। ਆਪ ਨੇ ਪਿਤਾ ਜੀ ਪਾਸੋਂ ਇਸ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਕਿਹਾ, ਕਸ਼ਮੀਰ ਵਿੱਚ ਹਾਕਮ ਲੋਕਾਂ 'ਤੇ ਬੜਾ ਜ਼ੁਲਮ ਕਰ ਰਹੇ ਹਨ। ਹਾਕਮ ਮਤਲਬ ਰਾਜਾ, ਜਿਹੜਾ ਕਸ਼ਮੀਰ ਦਾ ਰਾਜਾ ਹੈ, ਉਹ ਉੱਥੇ ਲੋਕਾਂ ਉੱਤੇ ਬੜੇ ਜ਼ੁਲਮ ਅਤਿਆਚਾਰ ਕਰ ਰਿਹਾ ਹੈ। ਜ਼ਬਰਦਸਤੀ ਉਹਨਾਂ ਦਾ ਧਰਮ ਬਦਲਿਆ ਜਾ ਰਿਹਾ ਹੈ। ਕਸ਼ਮੀਰ ਦੇ ਕੁਝ ਪੰਡਤ ਇੱਕ ਸ਼ਿਕਾਇਤ ਲੈ ਕੇ ਸਾਡੇ ਦਰਬਾਰ ਵਿੱਚ ਆਏ ਹਨ। ਉਹਨਾਂ ਨੂੰ ਸਹਾਇਤਾ ਦੀ ਬੜੀ ਜ਼ਰੂਰਤ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੈਗਾ ਵੀ ਕਸ਼ਮੀਰੀ ਪੰਡਤਾਂ ਨੂੰ ਇੱਥੇ ਪਿਛਲੇ ਕਈ ਸਾਲ ਪਹਿਲਾਂ ਵੀ ਉੱਥੋਂ ਕੱਢ ਦਿੱਤਾ ਸੀ। ਲੇਕਿਨ ਇਹ ਬਹੁਤ ਪੁਰਾਣੀ ਗੱਲ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ 9 ਹੀ ਸਾਲਾਂ ਦੇ ਸਨ। ਮੀਨਸ ਕਿ 1666 ਵਿੱਚ ਉਹ ਪੈਦਾ ਹੋਏ ਸਨ ਅਤੇ ਇਹ 1675 ਦੀ ਗੱਲ ਹੈ। ਅਤੇ ਉੱਥੇ ਕਸ਼ਮੀਰ ਵਿੱਚ ਸਾਰੇ ਤਾਂ ਮੁਸਲਮਾਨ ਰਹਿੰਦੇ ਨੇ, ਪਰ ਉਹ ਜ਼ਬਰਦਸਤੀ ਉੱਥੇ ਰਹਿ ਰਹੇ ਪੰਡਤਾਂ ਨੂੰ ਵੀ ਮੁਸਲਮਾਨ ਬਣਾ ਰਹੇ ਸਨ। ਇਸ ਤਰ੍ਹਾਂ ਉਹਨਾਂ ਦਾ ਧਰਮ ਬਦਲਵਾ ਰਹੇ ਸਨ। ਇਹ ਸਹਾਇਤਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਪਿਤਾ ਜੀ ਬਾਲ ਗੋਬਿੰਦ ਰਾਏ ਨੇ ਪੁੱਛਿਆ। ਇਸ ਦੇ ਲਈ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਜ਼ਰੂਰਤ ਹੈ। ਤੇਗ ਬਹਾਦਰ ਜੀ ਨੇ ਗੰਭੀਰਤਾ ਨਾਲ ਉੱਤਰ ਦਿੱਤਾ। ਇਹ ਕਹਿ ਕੇ ਗੁਰੂ ਤੇਗ ਬਹਾਦਰ ਫਿਰ ਚੁੱਪ ਹੋ ਗਏ। ਤਦ ਬਾਲ ਗੋਬਿੰਦ ਰਾਏ ਨੇ ਕਿਹਾ, ਪਿਤਾ ਜੀ, ਆਪ ਵਰਗਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਪੁੱਤਰ ਦੀ ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਦੇ ਮਨ ਦਾ ਭਾਰ ਕੁਝ ਹੌਲਾ ਹੋ ਗਿਆ। ਆਪ ਨੂੰ ਵਿਸ਼ਵਾਸ ਹੋ ਗਿਆ ਕਿ ਮੇਰੇ ਬਾਅਦ ਮੇਰਾ ਪੁੱਤਰ ਗੋਬਿੰਦ ਰਾਏ ਗੁਰੂ ਗੱਦੀ ਸੰਭਾਲ ਲਵੇਗਾ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਮੁਗਲ ਬਾਦਸ਼ਾਹ ਨੂੰ ਮਿਲਣ ਲਈ ਆਗਰੇ ਵੱਲ ਤੁਰ ਪਏ। ਉਸ ਵੇਲੇ ਦੀ ਹਕੂਮਤ ਵੱਲੋਂ ਆਪ ਨੂੰ ਧਰਮ ਬਦਲਣ ਲਈ ਕਿਹਾ ਗਿਆ, ਪਰ ਆਪ ਨੇ ਨਾਂਹ ਕਰ ਦਿੱਤੀ। यानी उस टाइम जब तेग बहादुर जी आगरा गए तो वहाँ पे जो बादशाह थी, वहाँ पे जो सरकार थी, वहाँ पर जो राजा था, उसने भी इन्हें अपना धर्म बदलने के लिए कहा, लेकिन गुरु तेग बहादुर जी ने जवाब दे दिया। उस वेले ਇਸ ਲਈ ਗੁਰੂ ਜੀ ਨੂੰ ਬਾਦਸ਼ਾਹ ਦੇ ਹੁਕਮ ਨਾਲ ਦਿੱਲੀ ਦੀ ਕੋਤਵਾਲੀ ਵਿੱਚ ਸ਼ਹੀਦ ਕਰ ਦਿੱਤਾ। ਯਾਨੀ
ਜਦੋਂ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਤੇ ਉਹਨਾਂ ਨੂੰ ਉੱਥੇ ਸ਼ਹੀਦ ਕਰਤਾ, ਉਹਨਾਂ ਦੇ ਪ੍ਰਾਣ ਲੈ ਲਏ। ਇਸ ਥਾਂ ਤੇ ਹੀ ਬਾਅਦ ਵਿੱਚ ਸ਼ੀਸ਼ਗੰਜ ਗੁਰਦੁਆਰਾ ਬਣਿਆ, ਜੋ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੈ। ਤੇ ਪਿਆਰੇ ਬੱਚੋ, ਤੁਸੀਂ ਜਦੋਂ ਵੀ ਦਿੱਲੀ ਜਾਓ ਤੇ ਚਾਂਦਨੀ ਚੌਂਕ ਦਾ ਗੁਰਦੁਆਰਾ ਜ਼ਰੂਰ ਵੇਖਿਓ, ਕਿਉਂਕਿ ਉੱਥੇ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਸਮਾਧੀ ਹੈਗੀ ਹੈ ਨਾ, ਜਿੱਥੇ ਵੱਡੇ ਵੱਡੇ ਲੋਕ, ਜਿੱਥੇ ਤਿਆਗੀ ਲੋਕਾਂ ਦੇ ਸਰੀਰ ਰੱਖੇ ਜਾਂਦੇ ਨੇ, ਉਹ ਥਾਵਾਂ ਪਵਿੱਤਰ ਹੋ ਜਾਂਦੀਆਂ ਨੇ। ਗੋਬਿੰਦ ਸਿੰਘ ਰਾਏ ਜੀ ਨੇ ਵਿਦਿਆ ਦੇ ਨਾਲ ਨਾਲ ਯੁੱਧ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਸ਼ੁਰੂ ਜਵਾਨੀ ਵਿੱਚ ਹੀ ਆਪ ਨੇ ਜ਼ਾਲਮਾਂ ਦੇ ਵਿਰੁੱਧ ਲੜਨਾ ਸ਼ੁਰੂ ਕਰ ਦਿੱਤਾ। ਆਨੰਦਪੁਰ ਵਿੱਚ ਆਪ ਨੇ ਸੰਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਜਨਮ ਦਿੱਤਾ। ਇਹ 5 ਪਿਆਰੇ ਵੱਖ-ਵੱਖ ਜਾਤਾਂ ਦੇ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਰਹਿਣ ਵਾਲੇ ਸਨ। ਇਸ ਤੋਂ ਕੌਮੀ ਏਕਤਾ ਬਾਰੇ ਆਪ ਦੀ ਦੂਰਦ੍ਰਿਸ਼ਟੀ ਦਾ ਗਿਆਨ ਹੁੰਦਾ ਹੈ। 5 ਪਿਆਰਿਆਂ ਦੇ ਹੱਥੋਂ ਆਪ ਨੇ ਵੀ ਅੰਮ੍ਰਿਤ ਛਕਿਆ ਅਤੇ ਆਪਣਾ ਨਾਂ ਗੋਬਿੰਦ ਰਾਏ ਤੋਂ ਬਦਲ ਕੇ ਗੋਬਿੰਦ ਸਿੰਘ ਰੱਖ ਲਿਆ। ਸਿੰਘ ਦਾ ਅਰਥ ਹੈ ਸ਼ੇਰ। ਆਪ ਨੇ ਕਿਹਾ ਕਿ ਮੇਰੇ ਸਿੱਖ ਹੁਣ ਸ਼ੇਰਾਂ ਵਾਂਗ ਰਹਿਣਗੇ, ਮੇਰੇ ਸਿੱਖ ਹੁਣ ਸ਼ੇਰਾਂ ਵਾਂਗ ਰਹਿਣਗੇ। ਉਹਨਾਂ ਨੇ ਇਹ ਵੀ ਉਚਾਰਿਆ ਕਿ ਚਿੜੀਆਂ ਇਕੱਠੀਆਂ ਹੋ ਕੇ ਜ਼ੁਲਮੀ ਬਾਜ਼ ਦਾ ਮੁਕਾਬਲਾ ਕਰ ਸਕਦੀਆਂ ਹਨ। ਚਿੜੀਆਂ ਬਹੁਤ ਛੋਟਾ ਜਿਹਾ ਪੰਛੀ ਹੁੰਦਾ ਹੈ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤਾਂ ਜਿਵੇਂ ਚਿੜੀਆਂ ਬਹੁਤ ਤੇਜ਼ ਤਰਾਰ ਤੇ ਬਹਾਦਰ ਪਕਸ਼ੀ ਬਾਜ਼ ਨੂੰ ਹਰਾ ਸਕਦੇ ਨੇ, ਉਸੇ ਤਰ੍ਹਾਂ ਜੇ ਸਾਡੀ ਇਕੱਠ ਹੋ ਜਾਵੇ, ਜੇ ਸਾਡੀ ਯੂਨਿਟੀ ਹੋ ਜਾਵੇ ਤੇ ਅਸੀਂ ਵੱਡੇ ਤੋਂ ਵੱਡੇ ਜ਼ਾਲਮ ਨੂੰ ਹਰਾ ਸਕਦੇ ਹਾਂ। चिड़ियों से मैं बाज तुड़ाऊँ, चिड़ियों से मैं बाज तुड़ाऊँ, 1.25 लाख से एक लड़ाऊँ, तबे गोबिंद ਸਿੰਘ ਨਾਮ ਕਹਾऊँ। ਇਹ ਗੋਬਿੰਦ ਸਿੰਘ ਜੀ ਦੀ ਬਹੁਤ ਹੀ ਪ੍ਰਮੁੱਖ ਲਾਈਨਾਂ ਨੇ। ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਚਿੜੀਆਂ ਨਾਲ ਬਾਜ਼ ਨੂੰ ਤੁੜਵਾ ਦੂੰਗਾ, ਉਹਨੂੰ ਤੁੜਾਊਂ ਮਤਲਬ ਉਹਨੂੰ ਉਡਾ ਦਾਂਗੇ, ਭਜਾ ਦਾਂਗੇ, ਉਹਨੂੰ ਮਾਰ ਦਾਂਗੇ। ਤੇ 1.25 लाख से एक लड़ाऊँ, यानी कि मेरे सिखों का, मेरा शेर जो है, सिखों के सिंह जो हैं वो एक 1.25 लाख लोगों के साथ लड़ाई कर सकते, इतने 1.25 लाख दुश्मनों को एक ही सिख मार सकता है। तभी गोबिंद सिंह नाम कहाऊँ, तभी मेरा नाम गोबिंद सिंह जो है वो सार्थक होगा। मुगल हकूमत ਨੂੰ ਗੁਰੂ ਜੀ ਦੀ ਵੱਧ ਰਹੀ ਤਾਕਤ ਦਾ ਪਤਾ ਲੱਗਾ ਤਾਂ ਉਸਨੇ ਬਹੁਤ ਚਿੰਤਾ ਲੱਗੀ। ਉਸਨੇ ਗੁਰੂ ਜੀ ਦੀ ਵੱਧਦੀ ਤਾਕਤ ਨੂੰ ਰੋਕਣ ਲਈ ਬਹੁਤ ਸਾਰੀ ਫੌਜ ਆਨੰਦਪੁਰ ਵੱਲ ਭੇਜ ਦਿੱਤੀ। ਫੌਜ ਨੇ ਆਨੰਦਪੁਰ ਨੂੰ ਘੇਰਾ ਪਾ ਲਿਆ। ਜਦੋਂ ਦੁਸ਼ਮਣਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਬੜੇ ਬਹਾਦਰ ਤੇ ਸਾਹਸੀ ਨੇ ਤੇ ਆਪਣੇ ਪ੍ਰਾਣ ਤਿਆਗਣ ਨੂੰ ਵੀ ਉਹਨੂੰ ਕੋਈ ਝਿਜਕ ਨਹੀਂ ਹੈ ਤੇ ਦੁਸ਼ਮਣਾਂ ਦੇ ਪ੍ਰਾਣ ਪਾਖਤਾ ਹੋ ਗਏ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਦਬਾਉਣ ਲਈ, ਉਹਨਾਂ ਨੂੰ ਡਰਾਉਣ ਲਈ ਬਹੁਤ ਸਾਰੀ ਵੱਡੀ ਫੌਜ ਆਨੰਦਪੁਰ ਵਿੱਚ ਭੇਜ ਦਿੱਤੀ। ਆਖਰ ਇਹ ਫੈਸਲਾ ਹੋਇਆ ਕਿ ਗੁਰੂ ਜੀ ਆਨੰਦਪੁਰ ਛੱਡ ਕੇ ਜਾਣ ਤਾਂ ਫੌਜ ਉਹਨਾਂ 'ਤੇ ਹਮਲਾ ਨਹੀਂ ਕਰੇਗੀ। ਜੇ ਆਨੰਦਪੁਰ ਛੱਡ ਕੇ ਚਲੇ ਜਾਣਗੇ ਤੇ ਫੌਜ ਉਹਨਾਂ ਦੇ ਉੱਤੇ ਹਮਲਾ ਨਹੀਂ ਕਰੇਗੀ। ਪਰ ਜਦ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਸੰਗਤਾਂ ਦੇ ਨਾਲ ਆਨੰਦਪੁਰ ਤੋਂ ਜਾ ਰਹੇ ਸਨ ਤਾਂ ਮੁਗਲ ਫੌਜ ਨੇ ਅਚਾਨਕ ਆਪ 'ਤੇ ਹਮਲਾ ਕਰ ਦਿੱਤਾ। ਗੁਰੂ ਜੀ ਦੇ ਸੰਗ ਵਿੱਚ ਬਹੁਤ ਸਾਰੇ ਗ੍ਰੰਥ ਵੀ ਸਨ। ਇਹਨਾਂ ਵਿੱਚੋਂ ਕਈ ਗ੍ਰੰਥ ਪੁਰਾਣੇ ਭਾਰਤੀ ਗ੍ਰੰਥਾਂ ਦਾ ਅਨੁਵਾਦ ਵੀ ਸਨ। ਬਹੁਤ ਸਾਰੇ ਗ੍ਰੰਥ ਸਰਸਾ ਨਦੀ ਵਿੱਚ ਰੁੜ ਗਏ। ਗੁਰੂ ਜੀ ਆਪਣੇ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਚਮਕੌਰ ਦੀ ਗੱਡੀ ਵਿੱਚ ਆ ਗਏ।
ਇਸ ਗੱਡੀ ਨੂੰ ਵੀ ਮੁਗਲ ਫੌਜ ਨੇ ਘੇਰ ਲਿਆ। ਇੱਥੇ ਬੜੀ ਭਾਰੀ ਲੜਾਈ ਹੋਈ। ਗੁਰੂ ਜੀ ਨੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਸਾਰੇ ਸਿੱਖ ਇੱਥੇ ਸ਼ਹੀਦ ਹੋ ਗਏ। ਆਖਰ 5 ਸਿੱਖ ਹੀ ਗੁਰੂ ਜੀ ਦੇ ਪਾਸ ਰਹਿ ਗਏ। ਉਹਨਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਗੁਰੂ ਜੀ ਰਾਤ ਦੇ ਹਨੇਰੇ ਵਿੱਚ ਗਾਡੀ ਤੋਂ ਬਾਹਰ ਜਾ ਕੇ ਪੰਥ ਦੀ ਅਗਵਾਈ ਕਰਨ। ਗੁਰੂ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਗੱਡੀ ਤੋਂ ਚਲੇ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਜਨਵਾਦ ਵਿੱਚ ਕਿੰਨਾ ਜ਼ਿਆਦਾ ਵਿਸ਼ਵਾਸ ਸੀ। ਆਪ ਗੱਡੀ ਵਿੱਚੋਂ ਨਿਕਲ ਕੇ ਲੱਖੀ ਤੇ ਜੰਗਲ ਵਿੱਚੋਂ ਦੇ ਹੁੰਦੇ ਹੋਏ ਦਮਦਮਾ ਸਾਹਿਬ ਪਹੁੰਚ ਗਏ। ਪਰ ਇਹ ਲੰਬੀ ਯਾਤਰਾ ਦੇ ਵਿਚਾਲੇ ਆਪ ਦੇ ਪਰਿਵਾਰ ਨੂੰ ਆਪ ਤੋਂ ਵਿਛੜਨਾ ਪਿਆ। ਆਪ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੁਸ਼ਮਣ ਦੇ ਕਬਜ਼ੇ ਵਿੱਚ ਆ ਗਏ। ਹਾਕਮ ਨੇ ਉਹਨਾਂ ਨੂੰ ਆਪਣਾ ਧਰਮ ਬਦਲਣ ਲਈ ਕਿਹਾ, ਪਰ ਉਹ ਆਪਣੇ ਧਰਮ ਦੇ ਪੱਕੇ ਰਹੇ। ਹਾਕਮ ਨੇ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸਰਹਿੰਦ ਵਿੱਚ ਸ਼ਹੀਦ ਕਰ ਦਿੱਤਾ। ਇਹ ਸ਼ਹੀਦੀ ਦੀ ਖਬਰ ਜਦੋਂ ਗੁਰੂ ਜੀ ਨੂੰ ਮਿਲੀ ਤਾਂ ਵੀ ਆਪ ਅਡੋਲ ਚਿੱਤ ਰਹੇ। ਆਪ ਸਾਰੇ ਪੰਥ ਨੂੰ ਵੀ ਹੀ ਆਪਣੇ ਬੱਚੇ ਸਮਝਦੇ ਸਨ ਅਤੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਇਨ ਪੁੱਤਰਨ ਕੇ ਸੀਸ पर वार दिए सुत चार, चार मुवे तो क्या हुआ जीवत कई हजार। इसका अर्थ ये है कि मैंने इस लड़ाई में अपने चारों पुत्र गंवा दिए हैं, लेकिन इन चारों के जाने से क्या हुआ, क्योंकि ये सारी जनता मेरी संतान के समान है और ये तो हजारों की संख्या में है। यानी कि वो सारी जनता को अपने संतान समझते थे और पूरी जनता के लिए उन्होंने अपने सगे पुत्र कुर्बान कर दिए। ऐसी कुर्बानी सब कोई नहीं कर सकते हैं। ਮੁਗਲ ਫੌਜ ਅਤੇ ਸਰਹੰਦ ਦੇ ਸੂਬੇਦਾਰ ਦੀਆਂ ਵਧੀਕੀਆਂ ਬਾਰੇ ਆਪ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ। ਇਹ ਫਾਰਸੀ ਵਿੱਚ ਹੈ। ਇਸ ਨੂੰ ਜ਼ਫਰਨਾਮਾ ਜਿੱਤ ਦਾ ਪੱਤਰ ਕਹਿੰਦੇ ਹਨ। ਫਿਰ ਆਪ ਨੇ ਦੱਖਣ ਦੀ ਯਾਤਰਾ ਕੀਤੀ। ਦੱਖਣ ਮੀਨਸ दक्षिण दिशा की, यानी साउथ की, केरला वाली साइड, यानी आंध्र प्रदेश, कर्नाटका वगैरह की। ਦੱਖਣ ਵਿੱਚ ਹੀ ਗੁਰੂ ਜੀ ਨਾਲ ਬੰਦਾ ਬੈਰਾਗੀ ਸੀ ਮੁਲਾਕਾਤ ਹੋਈ, ਜੋ ਆਪ ਦਾ ਸਿੱਖ ਬਣਨ ਤੋਂ ਬਾਅਦ ਵਿੱਚ ਉਹ ਬੰਦਾ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਗੁਰੂ ਜੀ ਨੇ ਉਸ ਨੂੰ ਆਪਣੇ 5 ਤੀਰ ਦੇ ਕੇ ਉੱਤਰ ਵੱਲ ਤੋਰ ਦਿੱਤਾ। ਕੁਝ ਸਮੇਂ ਬਾਅਦ ਗੁਰੂ ਜੀ ਨਾਂਦੇੜ ਵਿਖੇ ਪਰਲੋਕ ਸਿਧਾਰ ਗਏ। ਉਸ ਅਸਥਾਨ ਨੂੰ ਗੁਰਦੁਆਰਾ ਹਜ਼ੂਰ ਸਾਹਿਬ ਸੱਚਖੰਡ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਮਹਾਨ ਕਵੀ, ਸੰਤ, ਸਿਪਾਹੀ, ਦੇਸ਼ ਭਗਤ ਅਤੇ ਫਕੀਰ ਪਾਤਸ਼ਾਹ ਸਨ। ਪਿਆਰੇ ਬੱਚੋ, ਇਹ ਤਾਂ ਤੁਸੀਂ ਹੁਣ ਪਾਠ ਪੜ੍ਹਿਆ। ਬਹੁਤ ਹੀ ਚੰਗਾ ਪਾਠ ਸੀ। ਮੈਨੂੰ ਤਾਂ ਬਹੁਤ ਆਨੰਦ ਆਇਆ। ਦੇਖੋ, ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਦੀ ਜੀਵਨੀ ਪੜ੍ਹ ਕੇ ਸਾਡੇ ਮਨ ਵਿੱਚ ਵੀ ਤਿਆਗ ਦੀ ਭਾਵਨਾ ਆਉਂਦੀ ਹੈ ਅਤੇ ਅਸੀਂ ਵੀ ਸੋਚਦੇ ਹਾਂ ਵੀ ਅਸੀਂ ਵੀ ਸਮਾਜ ਲਈ, ਦੁਨੀਆ ਲਈ, ਦੇਸ਼ ਲਈ ਕੁਝ ਕਰਨਾ ਚਾਹੀਦਾ ਹੈ, ਕਰੀਏ। ਇਹ ਅੱਗੇ ਹੈਗਾ ਤੁਹਾਡੇ ਅਭਿਆਸ ਹੈ। ਔਖੇ ਸ਼ਬਦਾਂ ਦੇ ਅਰਥ। ਸ਼ਬਦ ਅਰਥ ਨੀਂਹ, ਬੁਨਿਆਦ, ਹਾਕਮ, ਰਾਜੇ, ਬਲੀਦਾਨ, ਸ਼ਹੀਦੀ, ਜ਼ੁਲਮ, ਕਹਿਰ, ਗੱਡੀ, ਛੋਟਾ, ਕਿਲਾ, ਗੜੀ, ਪੰਥ, ਧਰਮ, ਜਨਵਾਦ, ਲੋਕਤੰਤਰ, ਅਗਵਾਈ ਕਰਨਾ, ਰਸਤਾ ਦਿਖਾਉਣਾ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹਨ? ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ। ਗੁਰੂ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ। ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਸੀ ਅਤੇ ਮਾਤਾ ਦਾ ਨਾਂ ਗੁਜਰੀ ਸੀ।
ਅੱਗੇ ਹੈਗਾ ਹੈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਕਿਉਂ ਦਿੱਤਾ? ਉੱਤਰ ਹੈ ਕਸ਼ਮੀਰ ਦਾ ਹਾਕਮ ਲੋਕਾਂ ਦੇ ਤੇ ਬੜਾ ਜ਼ੁਲਮ ਕਰ ਰਿਹਾ ਸੀ ਅਤੇ ਜ਼ਬਰਦਸਤੀ ਉਹਨਾਂ ਦਾ ਧਰਮ ਬਦਲ ਰਿਹਾ ਸੀ। ਤਾਂ ਕਸ਼ਮੀਰ ਦੇ ਕੁਝ ਪੰਡਿਤ ਗੁਰੂ ਜੀ ਕੋਲ ਸ਼ਿਕਾਇਤ ਲੈ ਕੇ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਜ਼ਰੂਰਤ ਹੈ। ਤਾਂ ਫਿਰ ਬਾਲ ਗੋਬਿੰਦ ਰਾਏ ਦੇ ਕਹਿਣ ਲੱਗੇ ਕਿ ਪਿਤਾ ਜੀ, ਆਪ ਵਰਗਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਪੁੱਤਰ ਦੀ ਇਹ ਗੱਲ ਸੁਣ ਕੇ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਜੀ ਨੇ ਆਪਣਾ ਬਲੀਦਾਨ ਦੇ ਦਿੱਤਾ। ਪ੍ਰਸ਼ਨ ਨੰਬਰ 4 ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਪੰਥ ਦੀ ਸਾਜਨਾ ਕੀਤੀ? ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਪ੍ਰਸ਼ਨ ਨੰਬਰ 5 ਹੈ ਗੁਰੂ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਵੇਂ ਹੋਈ? ਪਿਆਰੇ ਬੱਚੋ, ਪੰਜਵੇਂ ਪ੍ਰਸ਼ਨ ਦਾ ਉੱਤਰ ਹੈਗਾ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸਰਹਿੰਦ ਦੇ ਹਾਕਮ ਵਜ਼ੀਰ ਖਾਨ ਨੇ ਹੁਕਮ ਤੇ ਲੋਕਾਂ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ। ਪ੍ਰਸ਼ਨ ਨੰਬਰ 5 ਹੈ ਰਾਸ਼ਟਰੀ ਏਕਤਾ ਲਈ ਗੁਰੂ ਜੀ ਦੀ ਦੇਣ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਹ 5 ਪਿਆਰੇ ਵੱਖ-ਵੱਖ ਜਾਤਾਂ ਦੇ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਰਹਿਣ ਵਾਲੇ ਸਨ। ਇਸ ਤਰ੍ਹਾਂ ਗੁਰੂ ਜੀ ਦੀ ਕੌਮੀ ਏਕਤਾ ਅਤੇ ਰਾਸ਼ਟਰੀ ਏਕਤਾ ਬਾਰੇ ਗੁਰੂ ਜੀ ਦੀ ਦੂਰਦ੍ਰਿਸ਼ਟੀ ਦਾ ਗਿਆਨ ਹੁੰਦਾ ਹੈ। ਪਿਆਰੇ ਬੱਚੋ, ਤੀਜਾ ਪ੍ਰਸ਼ਨ ਹੈਗਾ ਖਾਲੀ ਥਾਵਾਂ ਭਰੋ। ਡੈਸ਼ ਦੇ ਪੰਡਤ ਸ਼ਿਕਾਇਤ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਏ? ਕਿਹੜੇ ਪੰਡਤ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਏ ਸਨ? ਕਸ਼ਮੀਰ ਦੇ ਪੰਡਤ। ਠੀਕ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਉੱਥੇ ਡੈਸ਼ ਗੁਰਦੁਆਰਾ ਬਣ ਗਿਆ। ਜਿੱਥੇ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸੀ ਉੱਥੇ ਕਿਹੜਾ ਗੁਰਦੁਆਰਾ ਬਣਿਆ ਸੀ? ਉੱਥੇ ਸ਼ੀਸ਼ਗੰਜ ਗੁਰਦੁਆਰਾ ਬਣਿਆ ਸੀ। ਇਹ ਗੁਰਦੁਆਰਾ ਦਿੱਲੀ ਦੀ ਚਾਂਦਨੀ ਚੌਂਕ ਵਿੱਚ ਹੈਗਾ। ਤੀਜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਡੈਸ਼ ਵਿਖੇ ਪਰਲੋਕ ਸਿਧਾਰ ਗਏ। ਕਿੱਥੇ ਜਾ ਕੇ ਉਹ ਪਰਲੋਕ ਸਿਧਾਰੇ? ਨੰਦੇੜ ਵਿੱਚ। ਨੰਦੇੜ ਇੱਕ ਥਾਂ ਦਾ ਨਾਂ ਹੈਗਾ। ਗੁਰੂ ਜੀ ਦੇ ਬਹੁਤ ਸਾਰੇ ਗ੍ਰੰਥ ਡੈਸ਼ ਨਦੀ ਵਿੱਚ ਰੁੜ ਗਏ। ਇੱਥੇ ਆਏਗਾ ਸਰਸਾ ਨਦੀ ਵਿੱਚ ਰੁੜ ਗਏ। ਪਿਆਰੇ ਬੱਚੋ, ਇਹ ਪਾਠ ਤੁਸੀਂ ਪੂਰਾ ਇੰਜੋਏ ਕੀਤਾ ਹੈਗਾ, ਤੁਹਾਨੂੰ ਚੰਗਾ ਲੱਗਿਆ। ਇਹਨੂੰ ਆਪ ਮੇਰਾ ਸੁਣਿਆ ਪਿੱਛੇ ਆਪ ਵੀ ਪੜ੍ਹਿਓ। ਜੇ ਬਾਰ-ਬਾਰ ਲੈਸਨ ਪੜ੍ਹਨ ਤੋਂ ਤੁਹਾਨੂੰ ਪੰਜਾਬੀ ਪੜ੍ਹਨੀ ਆ ਜਾਏਗੀ ਤਾਂ ਫਿਰ ਤੁਸੀਂ ਸ਼ਬਦਾਂ ਨੂੰ ਜੋੜ ਕੇ ਉੱਤਰ ਵੀ ਲਿਖ ਸਕਦੇ ਹੋ। ਅੱਗੇ ਹੈਗਾ ਅਧਿਆਪਕ ਲਈ ਬੱਚਿਆਂ ਨੂੰ 10 ਗੁरुओं बारे मुढ़ली जानकारी देती जावे। तो ये तो था बेटे आपका पाठ 13 पंजाबी का, और मुझे उम्मीद है कि आपको बहुत अच्छे से समझ आया होगा। ओके, हैव अ नाइस डे।